ਪਿਆਰੇ ਬੱਚਿਓ 5 ਸਤੰਬਰ 2020 ਨੂੰ ਪੈਸ ਦਾ ਟੈਸਟ ਹੋਇਆ ਸਮਾਜਿਕ ਸਿੱਖਿਆ ਦਾ ਸਾਰੀਆਂ ਕਲਾਸਾਂ ਦਾ 9ਵੀਂ ਕਲਾਸ ਦਾ ਟੈਸਟ ਜੋ ਹੋਇਆ ਆ ਉਹਦੇ ਵਿੱਚ ਜੋ ਕੁਐਸਚਨ ਆਏ ਉਹ ਆਪਾਂ ਅੱਜ ਹੱਲ ਕਰਕੇ ਦੇਖਾਂਗੇ। ਇਹ ਤੁਹਾਡਾ ਟੈਸਟ ਸੀਗਾ, ਤੁਸੀਂ ਸ਼ੁਰੂ ਕੀਤਾ ਪੰਜਾਬ ਆਈਡੀ ਭਰ ਕੇ। ਪਹਿਲਾ ਪ੍ਰਸ਼ਨ ਹੈ, ਖੇਤੀਬਾੜੀ ਅਤੇ ਡੇਅਰੀ ਕਿਸ ਸੈਕਟਰ ਵਿੱਚ ਆਉਂਦੇ ਹਨ? ਡੇਅਰੀ ਦਾ ਮਤਲਬ ਦੁੱਧ ਦੇ ਨਾਲ ਸੰਬੰਧਿਤ ਆ। ਖੇਤੀਬਾੜੀ ਦਾ ਸਾਨੂੰ ਪਤਾ ਆ। ਡੇਅਰੀ ਮਤਲਬ ਹੈ ਵੀ ਜਿਵੇਂ ਲੋਕ ਪਸ਼ੂ ਪਾਲਦੇ ਆ ਅਤੇ ਦੁੱਧ ਵੇਚਦੇ ਆ, ਅਤੇ ਹੋਰ ਵੀ ਕਈ ਚੀਜ਼ਾਂ, ਮੱਖੀਆਂ ਪਾਲਣਾ ਜਾਂ ਮੱਛੀਆਂ ਪਾਲਣਾ, ਇਹ ਸਾਰੀਆਂ ਚੀਜ਼ਾਂ ਵੀ ਇਹਦੇ ਵਿੱਚ ਆਉਂਦੀਆਂ। ਤਾਂ ਕਿਹੜੇ ਕਿਹੜੇ ਖੇਤਰ ਆ? ਮੁੱਢਲੇ ਖੇਤਰ, ਗੌਣ ਖੇਤਰ ਅਤੇ ਸੇਵਾ ਖੇਤਰ। ਹੁਣ ਬੱਚੋ ਮੁੱਢਲਾ ਖੇਤਰ ਕਿਹੜਾ ਹੁੰਦਾ? ਮੁੱਢਲਾ ਖੇਤਰ ਆਪਾਂ ਉਹਨੂੰ ਕਹਿੰਦੇ ਹਾਂ ਜਿਹਦੇ ਵਿੱਚੋਂ ਕੱਚਾ ਮਾਲ ਜਿਹੜਾ ਆ ਫੈਕਟਰੀਆਂ ਜਾਂ ਉਦਯੋਗ ਨੂੰ ਭੇਜਿਆ ਜਾਂਦਾ ਆ, ਅਤੇ ਜਦੋਂ ਉਹ ਮਾਲ ਤਿਆਰ ਹੋ ਕੇ ਮਾਰਕੀਟ ਦੇ ਵਿੱਚ ਵੇਚਣ ਨੂੰ ਆ ਜਾਂਦਾ ਆ, ਅਤੇ ਜਿੱਦਾਂ ਜਿਹੜੇ ਸੈਕਟਰ 'ਚ ਉਹ ਤਿਆਰ ਹੁੰਦਾ ਉਹਨੂੰ ਸੈਕੰਡਰੀ ਸੈਕਟਰ ਕਹਿੰਦੇ ਆ ਜਾਂ ਗੌਣ ਸੈਕਟਰ ਖੇਤਰ ਕਹਿੰਦੇ ਆ। ਤੀਸਰਾ ਹੈ ਸੇਵਾ ਖੇਤਰ। ਸੇਵਾ ਖੇਤਰ ਉਹ ਆ ਜਿਹੜਾ ਤੁਹਾਡੇ ਤੱਕ ਮਾਲ ਨੂੰ ਪਹੁੰਚਾਉਂਦਾ ਆ। ਮੰਨ ਲਓ ਆਪਾਂ ਗੰਨੇ ਦੀ ਉਦਾਹਰਨ ਲੈਂਦੇ ਹਾਂ। ਗੰਨਾ ਜਿਹੜਾ ਆ ਉਹ ਮੁੱਢਲਾ ਖੇਤਰ ਆ। ਜਦੋਂ ਉਹਦੀ ਖੰਡ ਜਾਂ ਗੁੜ ਬਣ ਗਿਆ, ਜਿੱਥੇ ਬਣਿਆ ਉਹ ਸੈਕੰਡਰੀ ਖੇਤਰ ਹੈ। ਜਦੋਂ ਤੁਹਾਡੇ ਤੱਕ ਪਹੁੰਚਿਆ ਮੰਡੀ ਦੇ ਰਾਹੀਂ ਜਾਂ ਸੜਕ ਦੇ ਰਾਹੀਂ ਜਾਂ ਹੋਰ ਜੋ ਸਹੂਲਤਾਂ ਹੈ ਉਹਦੇ ਰਾਹੀਂ, ਉਹ ਤੁਹਾਡਾ ਸੇਵਾ ਖੇਤਰ ਹੋ ਗਿਆ। ਅਤੇ ਇਸ ਤਰ੍ਹਾਂ ਆਪਾਂ ਕੀ ਕਹਾਂਗੇ, ਜਿਹੜਾ ਦੁੱਧ ਆ ਜਾਂ ਖੇਤੀਬਾੜੀ ਦੀਆਂ ਫਸਲਾਂ ਹੈਗੀਆਂ ਉਹ ਕਿਹੜਾ ਖੇਤਰ ਆ ਬੱਚਿਓ? ਮੁੱਢਲਾ ਖੇਤਰ ਆ। ਦੂਸਰਾ ਪ੍ਰਸ਼ਨ ਆ, ਤੁਹਾਡੇ ਪਿੰਡ ਦੇ ਲੋਕ ਕੁਝ ਮਹੀਨੇ ਰੁਜ਼ਗਾਰ ਲੱਭ ਲੈਂਦੇ ਹਨ ਪਰ ਬਾਕੀ ਮਹੀਨੇ ਬੇਰੁਜ਼ਗਾਰ ਰਹਿੰਦੇ ਹਨ। ਰੁਜ਼ਗਾਰ ਦਾ ਮਤਲਬ ਹੁੰਦਾ ਕੰਮ, ਉਹ ਕੰਮ ਜਿਹਦੇ ਬਦਲੇ ਸਾਨੂੰ ਪੈਸੇ ਮਿਲਦੇ ਆ। ਬੇਰੁਜ਼ਗਾਰ ਮਤਲਬ ਕੰਮ ਤੋਂ ਬਿਨਾਂ। ਇਹ ਕਿਸ ਕਿਸਮ ਦੀ ਬੇਰੁਜ਼ਗਾਰੀ ਹੈ? ਥੱਲੇ ਉਦਾਹਰਨਾਂ ਦਿੱਤੀਆਂ ਬੱਚੋ, ਮੌਸਮੀ, ਛੁਪੀ, ਪੜ੍ਹੀ ਲਿਖੀ ਬੇਰੁਜ਼ਗਾਰੀ। ਮੌਸਮੀ ਬੇਰੁਜ਼ਗਾਰੀ ਜਿਹੜੀ ਮੌਸਮ ਦੇ ਕਾਰਨ ਹੁੰਦੀ, ਜਿਵੇਂ ਸਰਦੀਆਂ ਆ ਗਈਆਂ ਤਾਂ ਜਿਹੜੀ ਆਈਸਕ੍ਰੀਮ ਵਗੈਰਾ ਆ ਜਾਂ ਬਰਫ਼ ਆ ਉਹ ਵਿਕਣੀ ਘੱਟ ਜਾਂਦੀ ਆ, ਠੀਕ ਹੈ। ਅਤੇ ਛੁਪੀ ਬੇਰੁਜ਼ਗਾਰੀ ਆ ਜਦੋਂ ਇੱਕ ਕੰਮ ਦੇ ਵਿੱਚ ਲੋੜ ਨਾਲੋਂ ਵੱਧ ਲੋਕ ਲੱਗੇ ਹੋਣ, ਉਹਨੂੰ ਛੁਪੀ ਬੇਰੁਜ਼ਗਾਰੀ ਕਹਿੰਦੇ। ਪੜ੍ਹੀ ਲਿਖੀ ਬੇਰੁਜ਼ਗਾਰੀ ਹੈ ਜਿਹੜੇ ਲੋਕ ਪੜ੍ਹੇ ਲਿਖੇ ਆ ਪਰ ਉਹਨਾਂ ਨੂੰ ਕੰਮ ਨਹੀਂ ਮਿਲਦਾ, ਉਹ ਪੜ੍ਹੀ ਲਿਖੀ ਬੇਰੁਜ਼ਗਾਰੀ ਆ। ਤਾਂ ਇਹਦੇ ਵਿੱਚ ਕੀ ਆ, ਜੋ ਸਾਡਾ ਪ੍ਰਸ਼ਨ ਆ ਉਹਦੇ ਮੁਤਾਬਕ ਸਾਡਾ ਆਨਸਰ ਹੈਗਾ ਮੌਸਮੀ ਬੇਰੁਜ਼ਗਾਰੀ, ਕਿਉਂਕਿ ਕੁਐਸਚਨ ਇਹ ਸੀਗਾ ਵੀ ਪਿੰਡ ਦੇ ਲੋਕ ਰੁਜ਼ਗਾਰ ਲੱਭ ਲੈਂਦੇ ਆ ਪਰ ਕੁਝ ਮਹੀਨੇ ਬੇਰੁਜ਼ਗਾਰ ਰਹਿੰਦੇ ਆ, ਠੀਕ ਹੈ। ਜਿਵੇਂ ਹੁਣ ਮਤਲਬ ਆਪਾਂ ਕਣਕ ਦੀ ਕਟਾਈ ਕਰਾਉਂਦੇ ਹਾਂ ਨਾ, ਜਾਂ ਕਣਕ ਜਾਂ ਝੋਨਾ ਬੀਜਦੇ ਆ, ਉਸ ਵੇਲੇ ਲੋਕ ਜਿਹੜੇ ਉਹਨਾਂ ਨੂੰ ਕੰਮ ਮਿਲ ਜਾਂਦਾ, ਵਿਚਲੇ ਟਾਈਮ ਨਹੀਂ ਮਿਲਦਾ, ਤਾਂ ਇਹ ਮੌਸਮੀ ਬੇਰੁਜ਼ਗਾਰੀ। ਰਿਗਵੇਦ ਅਨੁਸਾਰ ਪੰਜਾਬ ਦਾ ਨਾਮ ਕੀ ਹੈ? ਟਕੀ ਦੇਸ਼, ਟਕੀ ਪ੍ਰਦੇਸ਼, ਸਪਤ ਸਿੰਧੂ, ਪਚਨਦ, ਹਿੰਦੂ ਰਾਸ਼ਟਰ। ਤਾਂ ਇਹਦਾ ਉੱਤਰ ਹੈ ਰਿਗਵੇਦ ਦੇ ਅਨੁਸਾਰ ਭਾਰਤ ਦਾ ਦੇਸ਼ ਸਪਤ ਸਿੰਧੂ ਹੈ, ਕਿਉਂਕਿ ਉਸ ਵੇਲੇ ਭਾਰਤ ਵਿੱਚ ਪੰਜਾਬ ਵਿੱਚ 7 ਨਦੀਆਂ ਵਗਦੀਆਂ ਹੁੰਦੀਆਂ ਸੀ, ਠੀਕ ਹੈ। 5 ਨਦੀਆਂ ਸਾਨੂੰ ਪਤਾ ਹੈ, ਸਿੰਧ ਅਤੇ ਸਰਸਵਤੀ 2 ਨਦੀਆਂ ਹੋਰ ਸੀਗੀਆਂ, ਜਿਸ ਕਰਕੇ ਰਿਗਵੇਦ ਦੇ ਅਨੁਸਾਰ ਪੰਜਾਬ ਨੂੰ ਸਪਤ ਸਿੰਧ ਕਿਹਾ ਜਾਂਦਾ ਸੀ। ਅਕਬਰ ਲੰਗਰ ਪ੍ਰਬੰਧ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਨੇ ਸੰਗਤ ਨਾਲ ਪੰਗਤ ਵਿੱਚ ਬੈਠ ਕੇ ਆਪ ਵੀ ਲੰਗਰ ਛਕਿਆ। ਅਸਲ ਵਿੱਚ ਇਸ ਲੰਗਰ ਪ੍ਰਥਾ ਦਾ ਆਰੰਭ ਕਿਸ ਨੇ ਕੀਤਾ ਸੀ? ਸਭ ਨੂੰ ਪਤਾ ਆ, ਸਾਡੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲੰਗਰ ਪ੍ਰਥਾ ਦਾ ਆਰੰਭ ਕੀਤਾ ਸੀਗਾ, ਬਾਕੀ ਗੁਰੂਆਂ ਨੇ ਉਸ ਨੂੰ ਅੱਗੇ ਵਧਾਇਆ। ਪ੍ਰੀਤਮ ਪਿਛਲੇ ਸਾਲ ਚਾਂਦਨੀ ਚੌਂਕ ਦਿੱਲੀ ਵਿਖੇ ਗਿਆ। ਉੱਥੇ ਉਸਨੇ ਸ਼ੀਸ਼ਗੰਜ ਗੁਰਦੁਆਰੇ ਵਿੱਚ ਮੱਥਾ ਟੇਕਿਆ। ਇਹ ਦੱਸੋ ਕਿ ਇਹ ਗੁਰਦੁਆਰਾ ਕਿਸ ਗੁਰੂ ਸਾਹਿਬ ਦੀ ਸ਼ਹਾਦਤ ਦੀ ਯਾਦ ਵਿੱਚ ਬਣਾਇਆ ਗਿਆ ਹੈ? ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਦਿੱਤੀ ਸੀਗੀ ਦਿੱਲੀ ਦੇ ਚਾਂਦਨੀ ਚੌਕ ਵਿਖੇ ਜਾ ਕੇ, ਜਦੋਂ ਉਹਨਾਂ ਕੋਲ ਕੁਝ ਹਿੰਦੂ ਪੰਡਤ ਆਏ ਸੀਗੇ, ਤਾਂ ਹਿੰਦੂ ਧਰਮ ਦੀ ਰੱਖਿਆ ਦੇ ਲਈ ਉਹਨਾਂ ਨੇ ਇਸ ਜਗ੍ਹਾ ਦੇ ਉੱਪਰ ਸ਼ਹੀਦੀ ਦਿੱਤੀ ਸੀ। ਤਾਂ ਉੱਤਰ ਹੈ ਬੱਚਿਓ ਸ਼੍ਰੀ ਗੁਰੂ ਤੇਗ ਬਹਾਦਰ ਜੀ। 6ਵਾਂ ਪ੍ਰਸ਼ਨ ਹੈ, UNO ਦੀ ਸਥਾਪਨਾ ਕਦੋਂ ਹੋਈ? ਹੁਣ UNO ਕੀ ਹੈ? ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ। ਇਹ ਇੱਕ ਐਸੀ ਸੰਸਥਾ ਹੈ ਜੋ ਸਾਰੇ ਸੰਸਾਰ ਵਿੱਚ ਸ਼ਾਂਤੀ ਦੀ ਸਥਾਪਨਾ ਕਰਦੀ ਹੈ, ਅਤੇ ਹੋਰ ਵੀ ਇਹਦੀਆਂ ਬਹੁਤ ਸਾਰੀਆਂ ਸੰਸਥਾਵਾਂ ਆ ਇਹਦੇ ਵਿੱਚ ਜਿਹੜੀਆਂ ਸਾਰੇ ਸੰਸਾਰ ਦੇ ਲਈ ਕਈ ਤਰ੍ਹਾਂ ਦੇ ਕੰਮ ਕਰਦੀਆਂ।
ਤਾਂ ਇਹਦੀ ਸਥਾਪਨਾ ਜਿਹੜੀ ਆ 24 ਅਕਤੂਬਰ 1945 ਨੂੰ ਕੀਤੀ ਗਈ ਸੀ ਸਾਰੇ ਸੰਸਾਰ ਦੇ ਵਿੱਚ ਸ਼ਾਂਤੀ ਕਾਇਮ ਕਰਨ ਦੇ ਲਈ, ਕਿਉਂਕਿ ਉਸ ਤੋਂ ਪਹਿਲਾਂ 2 ਵਿਸ਼ਵ ਯੁੱਧ ਹੋ ਗਏ ਸੀਗੇ। ਜਿਹੜਾ ਦੂਸਰਾ ਵਿਸ਼ਵ ਯੁੱਧ ਸੀਗਾ 1939 ਤੋਂ ਲੈ ਕੇ 1945 ਤੱਕ ਚੱਲਦਾ ਰਿਹਾ, ਅਤੇ ਜਦੋਂ 1945 'ਚ ਇਹਦੀ ਸਮਾਪਤੀ ਹੋਈ ਵਿਸ਼ਵ ਯੁੱਧ ਦੀ, ਤਾਂ ਇਹ ਮਹਿਸੂਸ ਕੀਤਾ ਗਿਆ ਵੀ ਸੰਸਾਰ ਦੇ ਵਿੱਚ ਸ਼ਾਂਤੀ ਨੂੰ ਸਥਾਪਿਤ ਕਰਨ ਲਈ ਇੱਕ ਸੰਸਥਾ ਦੀ ਲੋੜ ਹੈਗੀ ਆ, ਤਾਂ UNO ਦੀ ਸਥਾਪਨਾ ਕੀਤੀ ਗਈ ਸੀ। ਇਸ ਵੇਲੇ ਇਹਦੇ 193 ਮੈਂਬਰ ਆ, ਅਤੇ UNO ਦਾ ਕੰਮ ਜਿਹੜਾ ਸਾਰੇ ਸੰਸਾਰ ਦੇ, ਜਿਵੇਂ ਕਈ ਗਰੀਬ ਦੇਸ਼ ਹੈਗੇ ਜਾਂ ਕਈ ਦੇਸ਼ਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਕੁਦਰਤੀ ਆਫਤਾਂ ਆ ਜਾਂਦੀਆਂ, ਉਸ ਵੇਲੇ ਸਹਾਇਤਾ ਕਰਦੀ ਆ। ਤੁਸੀਂ ਇੱਕ 18 ਸਾਲ ਦੇ ਬਾਲਗ ਨੌਜਵਾਨ ਹੋ, ਤਾਂ ਲੋਕਤੰਤਰੀ ਪ੍ਰਬੰਧ ਵਿੱਚ ਤੁਹਾਡਾ ਕੀ ਯੋਗਦਾਨ ਹੈ? ਲੋਕਤੰਤਰ ਲੋਕਾਂ ਦਾ ਰਾਜ। ਲੋਕਾਂ ਦਾ ਰਾਜ ਕਿਵੇਂ? ਆਪਾਂ ਲੋਕ ਵੋਟ ਪਾ ਕੇ ਆਪਣੇ ਨੇਤਾ ਚੁਣਦੇ ਆ, ਉਹ ਸਰਕਾਰ ਬਣਾਉਂਦੇ ਆ ਅਤੇ ਉਹ ਸਾਡੇ ਲਈ ਕੰਮ ਕਰਦੇ ਆ। ਤਾਂ ਜੇਕਰ ਅਸੀਂ 18 ਸਾਲ ਦੇ ਹਾਂ ਤਾਂ ਸਾਡਾ ਕੀ ਯੋਗਦਾਨ ਆ? ਆਪਸ਼ਨ ਹੈਗੇ ਆ: ਕਾਨੂੰਨ ਤੋੜਨਾ, ਆਪਣੀ ਮਰਜ਼ੀ ਦੀ ਸਰਕਾਰ ਚੁਣ ਸਕਣਾ, ਜ਼ੋਰ ਜ਼ਬਰਦਸਤੀ ਕਰਨਾ, ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਅਸੀਂ ਕੀ ਕੰਮ ਕਰਦੇ ਹਾਂ? ਵੋਟਾਂ ਪਾ ਕੇ ਆਪਣੀ ਮਰਜ਼ੀ ਦੀ ਸਰਕਾਰ ਚੁਣਦੇ ਹਾਂ। ਜੋ ਵਿਅਕਤੀ ਸਾਨੂੰ ਚੰਗਾ ਲੱਗਦਾ ਆ ਉਹਨੂੰ ਅਸੀਂ ਵੋਟ ਪਾਉਂਦੇ ਹਾਂ। 8ਵਾਂ ਪ੍ਰਸ਼ਨ ਹੈ, ਰੋਪੜ ਸ਼ਿਵਾਲਿਕ ਕਿਹੜੇ 2 ਦਰਿਆਵਾਂ ਵਿਚਕਾਰ ਫੈਲਿਆ ਹੋਇਆ ਹੈ? ਸਾਨੂੰ ਪਤਾ ਰੋਪੜ ਚੰਡੀਗੜ੍ਹ ਦੇ ਲਾਗੇ ਹੈ ਬੇਟਾ, ਸਤਲੁਜ ਦਰਿਆ ਤੋਂ ਪਰਲੇ ਪਾਸੇ ਆ। ਇਹਦਾ ਮਤਲਬ ਹੈ ਸਤਲੁਜ ਤੋਂ ਲੈ ਕੇ ਬਿਆਸ ਦੇ ਵਿਚਕਾਰ, ਕਿਉਂਕਿ ਅਸੀਂ ਆਪ ਰਹਿੰਦੇ ਹਾਂ। ਕਪੂਰਥਲਾ ਸਾਡਾ ਸਤਲੁਜ ਤੋਂ ਬਿਆਸ ਦੇ ਵਿਚਕਾਰ ਆਉਂਦਾ ਆ, ਅਤੇ ਰੋਪੜ ਜਿਹੜਾ ਸਤਲੁਜ ਤੋਂ ਅੱਗੇ ਆ। ਬਾਕੀ ਜਿਹੜੇ ਹੋਰ ਦਰਿਆ ਹੈਗੇ ਆ, ਜਿਵੇਂ ਰਾਵੀ ਆ, ਉਹ ਵੀ ਇਹਦੇ ਵਿੱਚ ਨਹੀਂ ਆਉਂਦਾ। ਤਾਂ ਇੱਕ ਦਰਿਆ ਰਹਿ ਜਾਂਦਾ ਆ ਘੱਗਰ, ਯਾਨੀ ਸਤਲੁਜ ਤੋਂ ਲੈ ਕੇ ਘੱਗਰ ਦਰਿਆ ਤੱਕ ਦਾ ਜਿਹੜਾ ਇਲਾਕਾ ਆ, ਉਹਦੇ ਵਿੱਚ ਰੋਪੜ ਸ਼ਿਵਾਲਿਕ ਦਾ ਇਲਾਕਾ ਆਉਂਦਾ ਆ। ਤਾਂ ਆਪਣਾ ਉੱਤਰ ਇਹ ਆ ਬੱਚਿਓ। 9ਵਾਂ ਪ੍ਰਸ਼ਨ ਆ, ਇਹ ਪਰਬਤ ਭਾਰਤੀ ਭੂਗੋਲਿਕ ਪਲੇਟ ਅਤੇ ਯੂਰੇਸ਼ੀਅਨ ਪਲੇਟ ਦੇ ਟਕਰਾਉਣ ਨਾਲ ਹਰ ਸਾਲ 5 ਤੋਂ 10 ਸੈਂਟੀਮੀਟਰ ਦੀ ਦਰ ਨਾਲ ਉੱਪਰ ਉੱਠ ਰਹੇ ਹਨ। ਇਹ ਕਿਹੜੇ ਪਰਬਤ ਹਨ? ਤਾਂ ਸਾਨੂੰ ਪਤਾ ਆ ਵੀ ਹਿਮਾਲਿਆ ਪਰਬਤ ਜਿਹੜੇ ਆ ਉਹਨਾਂ ਨੂੰ ਅਸੀਂ ਜਵਾਨ ਪਰਬਤ ਕਹਿੰਦੇ ਹਾਂ, ਕਿਉਂਕਿ ਉਹਨਾਂ ਨੂੰ ਬਣਿਆ ਨੂੰ ਬਹੁਤਾ ਚਿਰ ਨਹੀਂ ਹੋਇਆ। ਕਿਸੇ ਵੇਲੇ ਇੱਥੇ ਟੈਥਿਸ ਨਾਂ ਦਾ ਸਮੁੰਦਰ ਹੁੰਦਾ ਸੀ, ਸਮੁੰਦਰ ਦੇ ਵਿੱਚ ਧਰਤੀ ਦੀ ਹਿਲਜੁਲ ਦੇ ਕਾਰਨ ਹੀ ਇਹ ਹਿੱਸਾ ਉੱਪਰ ਨੂੰ ਉੱਭਰਿਆ ਆ, ਅਤੇ ਜਿਹੜਾ ਹੁਣ ਵੀ ਉੱਪਰ ਨੂੰ ਉੱਭਰਦਾ ਜਾ ਰਿਹਾ ਆ। ਇਸ ਕਰਕੇ ਇਹਦਾ ਉੱਤਰ ਹਿਮਾਲਿਆ ਪਰਬਤ ਹੈ। 10ਵਾਂ ਅਤੇ ਆਖਰੀ ਪ੍ਰਸ਼ਨ ਹੈਗਾ ਸਾਡਾ, ਇਹ ਇੱਕ ਵਿਗਿਆਨ ਹੈ ਜਿਸ ਵਿੱਚ ਭੂ ਆਕ੍ਰਿਤੀਆਂ ਜਿਵੇਂ ਕਿ ਪਰਬਤ, ਪਠਾਰ, ਮੈਦਾਨਾਂ ਆਦਿ ਦਾ ਅਧਿਐਨ ਕੀਤਾ ਜਾਂਦਾ ਹੈ। ਇਹ ਕਿਹੜਾ ਵਿਗਿਆਨ ਹੈ? ਪਰਬਤ, ਪਠਾਰ ਅਤੇ ਮੈਦਾਨਾਂ ਸਾਰਿਆਂ ਦਾ ਅਧਿਐਨ ਕੀਤਾ ਜਾਂਦਾ। ਭੂਗਰਭ ਦਾ ਮਤਲਬ ਧਰਤੀ ਦੇ ਹੇਠਾਂ। ਭੌਤਿਕ ਵਿਗਿਆਨ ਇਹ ਸਾਇੰਸ ਦਾ ਇੱਕ ਵਿਸ਼ਾ ਆ। ਇਤਿਹਾਸ ਬੀਤੇ ਹੋਏ ਸਮੇਂ ਦਾ ਅਧਿਐਨ ਆ। ਭੌਤਿਕ ਭੂਗੋਲ, ਤਾਂ ਇਹ ਜਿਹੜਾ ਸਾਡਾ ਇਹਨਾਂ ਚੀਜ਼ਾਂ ਦਾ ਅਧਿਐਨ ਆ, ਪਰਬਤ, ਪਠਾਰ, ਮੈਦਾਨਾਂ ਦਾ, ਇਹ ਭੌਤਿਕ ਭੂਗੋਲ ਦੇ ਵਿੱਚ ਆਉਂਦਾ ਆ। ਸੋ ਬੱਚਿਓ, ਇਹ ਸੀ ਸਾਡਾ ਪੈਸ ਦਾ ਟੈਸਟ। ਇਸ ਤਰ੍ਹਾਂ ਦੇ ਟੈਸਟ ਆਪਣੇ ਆਉਂਦੇ ਸਮੇਂ 'ਚ ਹੁੰਦੇ ਰਹਿਣੇ ਆ। ਬਹੁਤ ਹੀ ਗਿਆਨਵਰਧਕ ਆ ਅਤੇ ਪ੍ਰਯੋਗ ਵਾਲੇ ਪ੍ਰਸ਼ਨ ਇਹਦੇ ਵਿੱਚ ਆਉਂਦੇ ਆ। ਆਉਣ ਵਾਲੇ ਸਮੇਂ 'ਚ ਵੀ ਇੱਦਾਂ ਦੇ ਪ੍ਰਸ਼ਨ ਆਉਣੇ ਆ ਜੋ ਤੁਹਾਡੀ ਸਮਝ ਦੇ ਆਧਾਰ 'ਤੇ ਚੱਲਣਗੇ। ਇਸ ਕਰਕੇ ਆਪਣੀ ਤਿਆਰੀ ਤੁਸੀਂ ਬੱਚਿਓ ਕਰਦੇ ਰਹੋ। ਧੰਨਵਾਦ।